स्टूडेंट्स ਅਸੀਂ कर रहे हैं क्लास 9th सो चैप्टर है साडा सैकंड ਪੋਲੀਨੋਮੀਅਲਸ ਬਹੁਪਦ सो जिसका क्वेश्चन है साडा 5th सो 5th क्वेश्चन ਦੇ ਵਿੱਚ ਵੀ ਅਸੀਂ ਗੁਣਨਖੰਡ ਹੀ ਬਣਾਉਣੇ ਹਨ ਸੋ ਕਿਸ ਤਰ੍ਹਾਂ ਬਣਾਉਣੇ ਹਨ ਵੇਖਦੇ ਹਾਂ ਸੋ ਇਸ ਦੇ ਵਿੱਚ ਸਾਡੇ ਕੋਲ 4th क्वेश्चन ਨਾਲ ਥੋੜਾ ਜਿਹਾ ਡਿਫਰੈਂਟ ਕਨਸੈਪਟ ਆ ਗਿਆ ਕਿ ਸਾਡੇ ਕੋਲ 1 2 3 4 ਐਂਡ 4 ਟਰਮਸ ਆ ਗਈਆਂ ਸੋ 4th क्वेश्चन ਸਾਡੇ ਕੋਲ 3 ਟਰਮਸ ਹੁੰਦੀਆਂ ਸੀ ਸੋ 3 ਟਰਮਸ ਦੇ ਵਿੱਚ ਅਸੀਂ ਜਿਹੜੀ ਉਸ ਦੀ वन वेरिएबल ਜਾਂ ਟਰਮ ਹੁੰਦੀ ਸੀ ਉਸ ਨੂੰ ਅਸੀਂ ਸਪਲਿਟ ਕਰਦੇ ਸੀ ਦੋ ਭਾਗਾਂ ਦੇ ਵਿੱਚ ਤੋੜ ਦਿੰਦੇ ਸੀਗੇ ਠੀਕ ਹੈ ਸੋ ਇੱਥੇ ਦੇਖੋ ਸਾਡੇ ਕੋਲ ਕੀ ਆਂਦਾ ਹੈ ਇਹਨਾਂ ਦੋ ਟਰਮਸ ਨੂੰ ਇਕੱਠਾ ਕਰ ਦਿੰਦੇ ਆ ਠੀਕ ਹੈ ਜਿਸ ਤਰ੍ਹਾਂ ਅਸੀਂ 4th ਪਾਰਟ ਦੇ ਵਿੱਚ ਦੋ ਟਰਮਸ ਨੂੰ ਇਕੱਠਾ ਕਰਦੇ ਸੀ ਇੱਥੇ ਪਹਿਲਾਂ ਹੀ ਸਾਡੇ ਕੋਲ ਚਾਰ ਟਰਮਸ ਹਨ ਠੀਕ ਹੈ ਸੋ ਇਸ ਲਈ ਅਸੀਂ ਦੋ ਟਰਮਸ ਇਹਨਾਂ ਨੂੰ ਇਕੱਠੇ ਕਰਤਾ ਤੇ ਦੋ ਨੂੰ ਇਹਨਾਂ ਨੂੰ ਇਕੱਠੇ ਕਰਤਾ ਸੋ ਇਹ ਦੇਖੋ x ਦੀ 3 ਹੈ ਕਿ ਨਾ x² ਸੋ ਸਭ ਤੋਂ ਛੋਟਾ ਕੀ ਹੈ x² ਇਹਨਾਂ ਦੋਵਾਂ ਚੋਂ ਕਾਮਨ ਆ ਗਿਆ ਸਾਡੇ ਕੋਲ x² ਸੋ ਇੱਥੇ x² ਕਾਮਨ ਹੋਇਆ ਤਾਂ ਸਾਡੇ ਕੋਲ ਕੀ ਰਹਿ ਗਿਆ x ਸੋ ਇੱਥੋਂ x² ਕਾਮਨ ਬਾਹਰ ਲਿਖਿਆ ਗਿਆ ਸੋ ਰਹਿ ਕੀ ਜਾਂਦਾ ਹੈ -2 ਸੋ ਸੇਮ ਸਾਡੇ ਕੋਲ ਇੱਥੋਂ ਦੇਖੋ ਕਾਮਨ ਕਰ ਲਓ -1 ਤਾਂ ਸਾਡੇ ਕੋਲ ਕੀ ਰਹਿ ਜਾਏਗਾ x -2 ਸੋ ਸਾਡੇ ਕੋਲ ਇਸ ਦੇ ਫੈਕਟਰ ਕੀ ਆ ਗਏ x -2 ਤੇ ਸੈਕੰਡ ਕੀ ਹੋ ਗਿਆ ਸਾਡੇ ਕੋਲ x² ਸੋ ਇਹ ਸਾਡੇ ਕੋਲ ਦੇਖੋ ਇਸ ਦੇ ਦੋ ਫੈਕਟਰ ਜਿਹੜੇ ਨੇ ਉਹ ਆ ਜਾਂਦੇ ਹਨ ਇਸ ਤੋਂ ਬਾਅਦ ਇੱਕ ਹੋਰ ਤੁਸੀਂ ਇੱਥੇ ਜਿਹੜਾ ਕਿ ਫਾਰਮੂਲਾ ਦੇਖਣਾ ਹੈ ਕਿ ਕਿਹੜੀ ਆਇਡੈਂਟੀਟੀ ਐਪਲੀਕੇਬਲ ਹੋ ਰਹੀ ਹੈ ਸੋ ਦੇਖੋ x -2 ਇਹ ਹੋ ਗਿਆ ਸਾਡੇ ਕੋਲ ਇੱਥੇ ਅਪਲਾਈ ਹੋ ਜਾਏਗਾ a² -b² ਸੋ ਇਹ ਹੁੰਦਾ ਹੈ a - b ਐਂਡ a + b ਸੋ ਦੇਖੋ ਸਾਡੇ ਕੋਲ ਇੱਕ ਟਰਮ ਉਸ ਦਾ ਸਕੁਅਰ ਹੋ ਰਿਹਾ ਹੈ ਮਾਈਨਸ ਦੂਸਰੀ ਟਰਮ ਉਸ ਦਾ ਸਕੁਅਰ ਹੋ ਰਿਹਾ ਹੈ ਸੋ ਇੱਥੇ ਦੇਖੋ x ਦਾ ਸਕੁਅਰ ਇੱਥੇ ਕੀ ਕਰ ਦੋ 1 ਦਾ ਸਕੁਅਰ ਸੋ 1 ਦਾ ਸਕੁਅਰ ਵੀ ਕਿੰਨਾ ਆ ਜਾਏਗਾ 1 * 1 1 ਹੀ ਆ ਜਾਏਗਾ ਸੋ ਇਸ ਲਈ ਇਸ ਦੀ ਜਗ੍ਹਾ ਤੇ ਸਾਡੇ ਕੋਲ ਆ ਜਾਏਗਾ x - 1 ਐਂਡ x + 1 ਸੋ ਇਸ ਤਰ੍ਹਾਂ ਇਹ ਸਾਡੇ ਕੋਲ ਜੋ ਇਸ ਦੇ ਫੈਕਟਰ ਨੇ ਕੁਐਸਚਨ ਦੇ ਉਹ ਆ ਜਾਂਦੇ ਹਨ ਸੋ ਇਸ ਤੋਂ ਬਾਅਦ ਆਉਂਦਾ ਹੈ ਸਾਡਾ 4th ਕੁਐਸਚਨ ਦਾ ਸੈਕੰਡ ਪਾਰਟ ਸੋ ਸੈਕੰਡ ਪਾਰਟ ਕੀ ਹੈ ਸਾਡੇ ਕੋਲ x³ - 3x² - 9x - 5 ਹੁਣ ਦੇਖੋ ਇੱਥੇ ਜੇਕਰ ਅਸੀਂ ਦੋ ਟਰਮ ਇਕੱਠੀਆਂ ਕਰਦੇ ਦੋ ਇਹਨਾਂ ਨੂੰ ਇਕੱਠਾ ਕਰਦੇ ਹਾਂ ਸੋ ਇਹ ਚੋਂ x² ਕਾਮਨ ਆਏਗਾ x - 3 ਰਹਿ ਜਾਏਗਾ ਇੱਥੋਂ ਸਾਡੇ ਕੋਲ ਕਾਮਨ ਕੀ ਆ ਰਿਹਾ ਕੁਝ ਵੀ ਕਾਮਨ ਨਹੀਂ ਆ ਰਿਹਾ ਤੇ ਸਾਡੇ ਕੋਲ ਇੱਥੋਂ ਕਾਮਨ ਕੱਢ ਕੇ ਜੋ ਟਰਮ ਇੱਥੇ ਬਣਦੀ ਹੈ ਉਹ ਇਸ ਸਾਈਡ ਨਹੀਂ ਬਣ ਰਹੀ ਸੋ ਇੱਥੇ ਮਤਲਬ ਕਿ ਕਨਸੈਪਟ ਜਿਹੜਾ ਸਾਡਾ ਰੋਂਗ ਹੋ ਜਾਏਗਾ ਠੀਕ ਹੈ ਸੋ ਇੱਥੇ ਜਾਂ ਇਸ ਦੇ ਵਿੱਚ ਵੀ ਤੁਸੀਂ ਇਹ ਵਾਲਾ ਕਨਸੈਪਟ ਲਗਾ ਸਕਦੇ ਆ ਜਿਹੜਾ ਅਸੀਂ ਹੁਣ ਗੱਲ ਕਰਾਂਗੇ ਸੋ ਇੱਥੇ ਕਨਸਟੈਂਟ ਟਰਮ ਦੇਖਣੀ ਤੁਸੀਂ ਕੀ ਹੈ ਸੋ ਕਨਸਟੈਂਟ ਟਰਮ ਹੈ ਸਾਡੇ ਕੋਲ 5 ਸੋ 5 ਦੇ ਫੈਕਟਰ ਕੀ ਹੁੰਦੇ ਹਨ ਫੈਕਟਰਸ ਆਫ 5 ਦੇ ਗੁਣਨਖੰਡ 1 ਜਾਂ 5 ਸੋ 1 ਜਾਂ 5 ਆ ਗਏ ਸੋ ਸਭ ਤੋਂ ਪਹਿਲਾਂ ਦੇਖੋ ਸਾਡੇ ਕੋਲ ਇਹ ਜੋ ਵੀ ਵੈਲਿਊਜ਼ ਆਉਂਦੀਆਂ ਹਨ ਇਹਨਾਂ ਵਿੱਚੋਂ ਅਸੀਂ ਇੱਕ ਜਿਹੜਾ ਹੋਏਗਾ ਉਹ ਸਾਡੇ ਕੋਲ ਪਲੱਸ ਮਾਈਨਸ ਵਿੱਚ ਹੋਏਗਾ ਤੇ 5 ਵੀ ਜਿਹੜਾ ਪਲੱਸ ਮਾਈਨਸ ਦੇ ਵਿੱਚ ਹੋਏਗਾ ਸੋ ਸਭ ਤੋਂ ਪਹਿਲਾਂ ਅਸੀਂ ਵੈਲਿਊ ਲੈਂਦੇ ਹਾਂ 1 ਸੋ x = ਅਸੀਂ 1 ਲੈਂਦੇ ਹਾਂ ਇਸ x = 1 ਨੂੰ ਅਸੀਂ ਇਸ ਵੈਲਿਊ ਦੇ ਵਿੱਚ ਜਿਹੜਾ ਪੁੱਟ ਕਰਕੇ ਵੇਖਣਾ ਹੈ ਸਾਰੀ ਪੋਲੀਨੋਮੀਅਲ ਦੇ ਵਿੱਚ ਕਿ ਆਨਸਰ 0 ਬਣ ਰਿਹਾ ਕਿ ਨਹੀਂ ਬਣ ਰਿਹਾ ਸੋ ਇੱਥੇ ਦੇਖੋ x ਹੈ ਇਸ ਦੀ ਜਗ੍ਹਾ ਤੇ 1 ਪੁੱਟ ਕੀਤਾ ਕਿਊਬ -3 1 ਦਾ ਸਕੁਅਰ -9 1 ਐਂਡ -5 ਸੋ 1 ਦਾ ਕਿਊਬ 1 -3 ਆ ਗਿਆ -9 ਆ ਗਿਆ -5 ਆ ਗਿਆ ਸੋ ਸਾਡੇ ਕੋਲ ਕੀ ਆ ਰਿਹਾ ਇਹ ਸਾਰੀਆਂ ਵੈਲਿਊਜ਼ ਮਾਈਨਸ ਚ ਆ ਰਹੀਆਂ ਨੇ ਸੋ 5 3 8 9 17 -17 ਹੋ ਗਿਆ -16 not equal to 0 ਸੋ ਇਸ ਦੇ ਨਾਲ ਤਾਂ 0 ਨਹੀਂ ਆਇਆ ਸਾਡੇ ਕੋਲ ਇਹਦਾ ਮਤਲਬ ਕਿ x ਜਿਹੜਾ 1 ਹੈ ਇਹ ਇਸ ਦਾ ਗੁਣਨਖੰਡ ਜਿਹੜਾ ਕਿ ਨਹੀਂ ਹੈ ਸੋ ਇਸ ਤੋਂ ਬਾਅਦ ਅਸੀਂ ਚੈੱਕ ਕਰਦੇ ਹਾਂ ਕਿ x = -1 ਸੋ -1 ਪੁੱਟ ਕਰਦੇ ਹਾਂ -1 ਦਾ ਕਿਊਬ -3 -1 ਦਾ ਸਕੁਅਰ -9 -1 -5 ਸੋ ਇਹ -1 ਇਹ ਆ ਗਿਆ -3 ਸੋ +9 ਐਂਡ -5 ਸੋ ਇਹ ਆ ਗਿਆ 5 -3 ਇਹ ਸਾਰੀ ਵੈਲਿਊਜ਼ ਮਾਈਨਸ ਦੀਆਂ ਤਿੰਨੋਂ ਸਾਡੇ ਕੋਲ ਆ ਗਿਆ 5 3 8 ਤੱਕ 9 -9 +9 ਤਾਂ ਸਾਡੇ ਕੋਲ ਆਨਸਰ ਕੀ ਆ ਗਿਆ 0 ਤਾਂ ਦੇਖੋ x = -1 ਦੇ ਨਾਲ ਸਾਡੇ ਕੋਲ ਆਨਸਰ ਹੈ ਉਹ 0 ਆ ਰਿਹਾ ਹੈ ਸੋ ਇਸ ਲਈ ਅਸੀਂ ਲਿਖਦੇ ਹਾਂ ਇਹ -1 ਇਸ ਸਾਈਡ ਤੇ ਚੱਲ ਜਾਏਗਾ ਸਾਡੇ ਕੋਲ ਆ ਜਾਏਗਾ +1 ਸੋ ਇਸ ਲਈ x + 1 p of x ਮਤਲਬ ਕਿ ਸਾਡੇ ਕੋਲ ਜੋ ਵੀ ਹੈ ਇਸ ਨੂੰ ਅਸੀਂ p of x ਕਹਿ ਦਿੰਦੇ ਹਾਂ p of x ਦਾ ਗੁਣਨਖੰਡ ਹੈ ਸੋ therefore x + 1 is the factor of p of x ਸੋ ਇੱਥੇ ਕਨਸੈਪਟ ਨੂੰ ਇੱਕ ਵਾਰੀ ਹੋਰ ਧਿਆਨ ਨਾਲ ਸਮਝ ਲੈਣਾ ਕਿ ਅਸੀਂ ਕਰ ਕੀ ਰਹੇ ਹਾਂ ਸੋ ਜੋ ਵੀ ਪੋਲੀਨੋਮੀਅਲ ਦਿੱਤੀ ਹੈ
उसकी कॉन्स्टेंट टर्म चेक करनी है 5। सो 5 ਲਈ ਅਸੀਂ 5 ਦੇ ਫੈਕਟਰ ਕੀ ਆ ਗਏ 1 प्लस माइनस एंड 5 प्लस माइनस। सो सब तो पहला ਅਸੀਂ x = 1 ਲਿਆ, ਸੋ ਪੋਜ਼ਿਟਿਵ 1 ਲਿਆ ਤਾਂ ਉਸ ਦੀ ਵੈਲਿਊ ਨੂੰ ਪੁੱਟ ਕੀਤਾ ਅਸੀਂ ਸਾਰੀ ਪੋਲੀਨੋਮੀਅਲ ਚ ਦੇਖਿਆ ਕਿ 0 ਬਣ ਰਿਹਾ ਕਿ ਨਹੀਂ ਬਣ ਰਿਹਾ। ਫਿਰ ਅਸੀਂ ਉਸ ਨੂੰ ਨੈਗੇਟਿਵ 1 ਚ ਲੈ ਲਿਆ। ਸੋ ਘਟਾਓ ਮਾਈਨਸ ਜਿਹੜਾ ਲਿਆ ਜਾਂ -1 ਜਿਹੜਾ ਲਿਆ ਸੀ ਉਸ ਦੇ ਨਾਲ ਸਾਡੀ ਕੋਲ ਪੋਲੀਨੋਮੀਅਲ ਸਾਰੀ 0 ਹੋ ਜਾਂਦੀ ਹੈ। ਸੋ ਇਸ ਲਈ ਜਿਹੜਾ -1 ਹੈ ਸੋ ਇੱਥੇ 0 ਆ ਗਈ ਨਾ ਸਾਡੇ ਕੋਲ। ਸੋ ਜਿਹੜੀ ਵੈਲਿਊ ਨਾ ਇਕੁਏਸ਼ਨ ਸਾਡੀ ਪੋਲੀਨੋਮੀਅਲ ਜਾਂ ਬਹੁਪਦ ਸਾਰੀ 0 ਹੋ ਜੇ ਉਸ ਦਾ 0 ਹੋ ਜਾਂਦੀ ਹੈ ਜਾਂ 0 ਹੋ ਜਾਂਦੀ ਹੈ। ਹੁਣ ਇਹ -1 ਇਸ ਸਾਈਡ ਤੇ ਗਿਆ, ਸਾਡੇ ਕੋਲ +1 ਹੋ ਗਿਆ x + 1। ਸੋ ਇਸ ਲਈ x + 1 ਇਸ ਦਾ ਇੱਕ ਜਿਹੜਾ ਗੁਣਨਖੰਡ ਹੈ ਸਾਨੂੰ ਉਹ ਮਿਲ ਚੁੱਕਾ ਹੈ। ਸੋ ਹੁਣ ਅਸੀਂ ਪਤਾ ਕਰਨੇ ਇਸ ਦੇ ਦੂਸਰੇ ਦੋ ਗੁਣਨਖੰਡ ਕਿਹੜੇ ਨੇ। ਸੋ ਇੱਕ ਗੱਲ ਹੋਰ, ਪਾਵਰ ਦੇਖੋ ਸਾਡੇ ਕੋਲ ਕਿੰਨੀ ਹੈ 3, ਘਾਤ ਹੈਗੀ 3, ਇਸ ਲਈ ਇਸ ਦੇ ਕਿੰਨੇ ਸਿਫਰ ਹੋਣਗੇ 3। ਜੇਕਰ 3 ਸਿਫਰ ਹੋਣਗੇ ਤਾਂ 3 ਹੀ ਇਸ ਦੇ ਗੁਣਨਖੰਡ ਹੋਣਗੇ। ਸੋ ਇਸ ਤਰ੍ਹਾਂ ਇਸ ਦੀ ਘਾਤ ਵੀ ਕਿੰਨੀ ਹੈ 3। ਸੋ 3 ਇਸ ਦੇ ਸਿਫਰ ਹੋਣਗੇ, 3 ਇਸ ਦੇ ਗੁਣਨਖੰਡ ਹੋਣਗੇ। ਸੋ ਇੱਕ ਗੁਣਨਖੰਡ x + 1 ਹੈ। ਬਾਕੀ ਅਸੀਂ ਪਤਾ ਕਰਦੇ ਹਾਂ by using our division method। ਸੋ ਦੇਖੋ x + 1 ਨਾਲ ਅਸੀਂ ਡਿਵਾਈਡ ਕਰਾਂਗੇ। ਸੋ ਪੋਲੀਨੋਮੀਅਲ ਕੀ ਹੈ ਸਾਡੀ x³ - 3x² - 9x and -5। ਸੋ x ਕਿੰਨਾ ਹੈ 1, ਇੱਥੇ ਕਿੰਨਾ ਹੈ 3, ਕਿੰਨੇ x ਚਾਹੀਦੇ ਹਨ ਸਾਡੇ ਕੋਲ x² ਚਾਹੀਦਾ ਹੈ। x² ਨੂੰ ਇਸ ਦੇ ਨਾਲ ਮਲਟੀਪਲਾਈ ਕੀਤਾ ਸਾਡੇ ਕੋਲ ਆ ਗਿਆ x³, 1 ਨਾਲ ਕੀਤਾ ਸਾਡੇ ਕੋਲ ਆ ਗਿਆ x²। ਸੋ ਸਾਈਨ ਚੇਂਜ कैंसिल आउट हो गया, माइनस माइनस प्लस हो गया, साढ़े को आ गया 4x²। सो ये कितना है 1x², ऊपर से 10 माइनस माइनस प्लस होया साढ़े को आ गया 4x² या माइनस इत्थे आ जाएगा। ठीक है, दोवें वैल्यूज माइनस का साइन माइनस हो गया एंड -9x ਅਸੀਂ नीचे लिख लेंगे वैल्यू। ਹੁਣ देखो x है साढ़े को ਇੱਥੇ ਕਿੰਨਾ x² ਤੇ ਸਾਨੂੰ ਇੱਥੇ ਕੀ ਬਣਾਉਣਾ ਹੈ, ਅਸੀਂ x² ਚਾਹੀਦਾ ਹੈ ਤੇ ਨਾਲ ਸਾਡੇ ਕੋਲ 4 ਹੈ ਤੇ ਇੱਥੇ 4 ਵੀ ਚਾਹੀਦਾ ਸਾਨੂੰ। ਸੋ ਸਭ ਤੋਂ ਪਹਿਲਾਂ ਮਾਈਨਸ ਆਇਆ ਸਾਡੇ ਕੋਲ, ਇੱਥੇ ਆਨਸਰ ਚ ਆ ਗਿਆ ਮਾਈਨਸ। ਸੋ x² ਇੱਥੇ 1x ਹੈ, 1x ਚਾਹੀਦਾ ਸਾਨੂੰ। ਸੋ ਜਦੋਂ ਇਸ ਨੂੰ 1x ਨਾਲ ਮਲਟੀਪਲਾਈ ਕੀਤਾ ਅਸੀਂ ਸਾਡੇ ਕੋਲ ਆ ਗਿਆ x² + x। ਪਰ ਹੁਣ ਦੇਖੋ ਜਦੋਂ ਅਸੀਂ ਐਲੀਮੀਨੇਟ ਕਰਨਾ ਹੈ ਤਾਂ ਸਾਡੇ ਕੋਲ ਇੱਥੇ x² ਨਾਲ 4 ਵੀ ਹੈ। ਸੋ ਅਸੀਂ ਇੱਥੇ 4 ਵੀ ਲੈ ਲੈਂਦੇ ਹਾਂ। ਸੋ ਜਦੋਂ 4 ਨੂੰ ਮਲਟੀਪਲਾਈ ਕਰਾਂਗੇ ਤਾਂ ਸਾਡੇ ਕੋਲ ਨਾਲ 4 ਵੀ ਆ ਜਾਏਗਾ ਤੇ ਇਸ ਸਾਈਡ ਤੇ 4 ਆ ਗਿਆ। ਸੋ ਇਹ ਮਾਈਨਸ ਚ ਵੈਲਿਊ ਪੋਜ਼ਿਟਿਵ ਚ ਸੋ ਕੈਂਸਲ ਹੋ ਗਈ, ਸਾਈਨ ਚੇਂਜ ਕਰਨ ਦੀ ਲੋੜ ਨਹੀਂ ਪਈ। सो 9 ਚ 4 ਮਾਈਨਸ ਕਰੋ ਸਾਡੇ ਕੋਲ ਆ ਗਿਆ 5x। ਇਸ ਸਾਈਡ ਤੋਂ ਸਾਡੇ ਕੋਲ ਜਿਹੜਾ 5 ਹੈ ਉਹ ਵੀ ਨੀਚੇ ਆ ਜਾਂਦਾ ਹੈ। ਸੋ ਹੁਣ ਦੇਖੋ ਸਾਡੇ ਕੋਲ ਇੱਥੇ ਮਾਈਨਸ ਹੈ, ਇੱਥੇ ਮਾਈਨਸ ਆ ਗਿਆ, x ਹੈ ਨਾਲ ਕੀ ਆ 5, ਇੱਥੇ ਅਸੀਂ ਲੈਂਦੇ ਆ 5। ਸੋ 5 ਲੈਂਦੇ ਆ, ਮਲਟੀਪਲਾਈ ਕੀਤਾ 5x, ਇੱਥੇ ਕੀਤਾ +5। ਸੋ ਵੈਲਿਊ ਦੇਖੋ ਇਹ ਮਾਈਨਸ ਹੈ ਪੋਜ਼ਿਟਿਵ ਕੈਂਸਲ, ਮਾਈਨਸ ਪਲੱਸ ਕੈਂਸਲ, ਸੋ ਰਿਮਾਈਂਡਰ ਆਉਂਦਾ ਹੈ 0। ਸੋ ਹੁਣ ਜੋ ਸਾਡੇ ਕੋਲ ਕੋਫੀਸ਼ੀਐਂਟ ਆਉਂਦਾ ਹੈ, ਜੋ ਵੀ ਆਨਸਰ ਜਿਹੜਾ ਆਉਂਦਾ ਹੈ ਸਾਡੇ ਕੋਲ ਉੱਪਰ ਭਾਗਫਲ x² - 4x - 5 ਸੋ ਇਹ ਆਉਂਦਾ ਹੈ। ਹੁਣ ਇਸ ਦੇ ਅਸੀਂ ਫੈਕਟਰ ਬਣਾਵਾਂਗੇ। ਸੋ ਫੈਕਟਰ ਕਿਸ ਤਰ੍ਹਾਂ ਬਣਾਉਣੇ ਹਨ। ਸੋ ਇਸ ਦੇ x² ਦਾ ਗੁਣਾ ਕਿੰਨਾ ਹੈ 1, ਇਸ ਦੇ ਅੱਗੇ ਕੀ ਲੱਗਾ ਹੈ 1 ਹੈ ਨਾ, ਕੁਝ ਵੀ ਨਹੀਂ ਲੱਗਾ ਹੋਵੇ ਤਾਂ 1 ਹੋਏਗਾ ਸਾਡੇ ਕੋਲ। ਠੀਕ ਹੈ, ਇੱਧਰ ਕੀ ਹੈ -5। ਸੋ ਮਲਟੀਪਲੀਕੇਸ਼ਨ ਦੇ ਚਾਹੀਦੇ -5। ਸੋ ਹੁਣ ਅਸੀਂ ਲਿਖਦੇ ਹਾਂ x² ਬ੍ਰੈਕਟ -5। ਸੋ 4 ਨੂੰ 2 ਪਾਰਟਸ ਵਿੱਚ ਸਪਲਿਟ ਕਰਨਾ ਹੈ। ਸੋ ਇੱਥੇ ਦੇਖੋ ਸਾਡੇ ਕੋਲ 1 + 5 ਕਰਦੇ ਆ ਤਾਂ ਸਾਡੇ ਕੋਲ 6 ਆਉਂਦਾ ਹੈ। ਜੇਕਰ 5 - 1 ਕਰਦੇ ਆ ਸਾਡੇ ਕੋਲ 4 ਆਉਂਦਾ ਹੈ। ਠੀਕ ਹੈ, ਤਾਂ ਇਹਦਾ ਮਤਲਬ ਸਾਡੇ ਕੋਲ ਜਾਂ ਫਿਰ ਇਸ ਤਰ੍ਹਾਂ 1 - 5 ਕਰਦੇ ਸਾਡੇ ਕੋਲ -4 ਆ ਜਾਏਗਾ। ਸੋ ਇੱਥੇ ਕੀ ਚਾਹੀਦਾ ਸਾਨੂੰ -4 ਜਾਂ 5 - 1 ਕਰ ਲਓ, ਕਿਸੇ ਵੀ ਤਰ੍ਹਾਂ ਅਸੀਂ ਕਰ ਸਕਦੇ ਹਾਂ। ਠੀਕ ਹੈ, ਸੋ 5 - 1 ਵੀ ਕਰ ਸਕਦੇ ਹਾਂ, 4 ਆ ਜਾਏਗਾ ਸਾਡੇ ਕੋਲ। ਇੱਥੇ ਆ ਗਿਆ ਸਾਡੇ ਕੋਲ 5 - 1, ਸੋ ਨਾਲ ਲਿਖ ਲਿਆ ਅਸੀਂ x। ਸੋ ਬ੍ਰੈਕਟ ਓਪਨ ਕਰਦੇ ਹਾਂ x² - 5x + 1x, ਸਾਈਨ ਚੇਂਜ ਹੋ ਗਿਆ ਐਂਡ -5। ਸੋ ਫਿਰ ਦੋ ਟਰਮਸ ਨੂੰ ਇਕੱਠੇ ਕੀਤਾ। ਇਸ ਦੇ ਵਿੱਚ ਕਾਮਨ ਕੀ ਆ ਰਿਹਾ ਸਾਡੇ ਕੋਲ x ਤੇ ਕਾਮਨ ਆ ਗਿਆ ਤੇ ਬਚ ਗਿਆ x - 5 + 1 ਕਾਮਨ ਐਂਡ x - 5। ਸੋ ਇਹ ਆ ਗਿਆ ਸਾਡੇ ਕੋਲ x - 5 x + 1। ਸੋ ਇਹ ਦੋ ਗੁਣਨਖੰਡ ਆ ਗਏ ਸਾਡੇ ਕੋਲ। ਹੁਣ ਟੋਟਲ ਸਾਡੇ ਕੋਲ ਇਸ ਦੇ ਕਿਹੜੇ ਗੁਣਨਖੰਡ ਆਉਂਦੇ ਹਨ ਅਸੀਂ ਦੇਖੀਏ ਤਾਂ ਪਹਿਲਾ ਗੁਣਨਖੰਡ ਸਾਡੇ ਕੋਲ ਆਇਆ ਸੀ x + 1। ਸੋ ਜਿਸ ਨਾਲ ਅਸੀਂ ਡਿਵਾਈਡ ਕੀਤਾ। ਠੀਕ ਹੈ, ਇਸ ਲਈ p(x) ਦੇ ਗੁਣਨਖੰਡ ਜਿੱਦਾਂ ਜਿਹਨੂੰ ਕਹੀਏ ਅਸੀਂ ਫੈਕਟਰ ਕਿਹੜੇ ਹਨ ਸਾਡੇ ਕੋਲ, ਇੱਕ x + 1 ਆਇਆ, ਫਿਰ ਸਾਡੇ ਕੋਲ ਆਇਆ x - 5, ਫਿਰ ਇੱਕ ਹੋਰ x + 1 ਜਿਹੜਾ ਸਾਡੇ ਕੋਲ ਆਇਆ। ਸੋ x + 1 ਦੋ ਵਾਰੀ ਆ ਰਿਹਾ। ਠੀਕ ਹੈ, ਸੋ ਫਿਰ ਵੀ ਲਿਖਣਾ ਹੋਵੇ ਤਾਂ ਅਸੀਂ ਫਿਰ ਲਿਖ ਸਕਦੇ ਇਸ ਨੂੰ x + 1 ਦਾ ਸਕੁਅਰ ਕਰ ਸਕਦੇ ਇੱਥੇ ਅਤੇ x - 5 ਲਿਖ ਸਕਦੇ ਹਾਂ। ਠੀਕ ਹੈ, ਇਸ ਤੋਂ ਬਾਅਦ ਸੋ ਇਹ ਸੀ ਸਾਡੇ ਕੋਲ ਐਕਸਰਸਾਈਜ਼ 2.4 ਦਾ ਕੁਐਸਚਨ 5th ਦਾ ਪਾਰਟ 1 ਐਂਡ ਪਾਰਟ 2। ਸੋ
ਉਮੀਦ ਕਰਦੇ ਕੁਐਸਚਨ ਜਿਹੜਾ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਸੋ ਜੇਕਰ ਵਧੀਆ ਲੱਗੇ ਲਾਈਕ ਜ਼ਰੂਰ ਕਰਨਾ ਹੈ, ਦੂਸਰੇ ਬੱਚਿਆਂ ਨਾਲ ਸ਼ੇਅਰ ਜ਼ਰੂਰ ਕਰੋ। ਸੋ ਥੈਂਕ ਯੂ, ਮਿਲਦੇ ਹਾਂ ਨੈਕਸਟ ਕਲਾਸ ਵਿੱਚ ਨੈਕਸਟ ਕੁਐਸਚਨ ਦੇ ਨਾਲ।